गैंगस्टर लॉरेंस बिश्नोई का एक इंटरव्यू वायरल हो रहा है, जिसके बाद पंजाब सरकार और पुलिस प्रशासन कटघरे में खड़ा हो गया है। जिसके बाद विपक्षी नेताओं ने भी जमकर पंजाब सरकार पर हमला बोला है। और वहीं सिद्धू मूसेवाले के पिता ने भी इसे साजिश का करार दिया है और कहा है कि उसके बेटे की बरसी 19 मार्च को है और उसी को लेकर यह साजिश रची गई है। वहीं मूसेवाले के पिता ने आरोप लगाते हुए कहा है, जेल से बिना किसी मदद के एचडी क्वालिटी का इंटरव्यू नहीं हो सकता। अगर यह स्काइप किसी मोबाइल ऐप से किया गया इंटरव्यू होता तो इसकी क्वालिटी एचडी ना रहती। इसे स्क्रीन और कैमरे लगाकर किया गया है। पर बनी तो है ना, शूट तो हुई है और वो पूरी एचडी है। ਜਿਹਨੂੰ ਆਪਾਂ ਕੋਈ ਐਦਾਂ ਸਕਾਈਪ ਦੇ ਜ਼ਰੀਏ ਜੁੜ ਗਏ ਜਾਂ ਤੁਸੀਂ ਸਮਝਦੇ ਹੋ ਗੱਲ ਨੂੰ, ਕੋਈ ਵੀਡੀਓ ਨੂੰ ਇਸ ਤਰ੍ਹਾਂ ਹੀ ਹੈ ਜਿਵੇਂ ਆਪਾਂ ਆਮੋ ਸਾਹਮਣੇ ਬਹਿ ਕੇ, ਕਿਉਂਕਿ ਉਹਦੀ ਜਿਹੜੀ ਕੁਆਲਿਟੀ ਹੈ ਬੜੀ ਹਾਈ ਲੈਵਲ ਦੀ ਆ ਔਰ ਉਹਨੂੰ ਐਡਿਟ ਕਰਕੇ ਜੋ ਜੋ ਚੀਜ਼ ਉਹਨੂੰ ਚਾਹੀਦਾ। ਇਹਦੇ 'ਚ ਲਾਰੈਂਸ ਦਾ ਵੀ ਮੈਨੂੰ ਇੰਨਾ ਜ਼ਿਆਦਾ ਕਸੂਰ ਨਹੀਂ ਲੱਗਦਾ, ਕਿਉਂਕਿ ਲਾਰੈਂਸ ਨੂੰ ਵੀ ਵਰਤਿਆ ਗਿਆ। ਉਹਨਾਂ ਨੇ ਲਾਰੈਂਸ ਨੂੰ ਤੋਂ ਜਿਹੜੀ ਚੀਜ਼ ਕਹਾਉਣੀ ਹੈ ਉਹੀ ਚੀਜ਼ ਹੀ ਕਹਾਈ ਹੈ, ਬਾਕੀ ਨੂੰ ਕੱਟਿਆ ਗਿਆ ਵਿੱਚੋਂ। ਜੋ ਕੁਛ ਉਹਨੇ ਹੋਰ ਵੀ ਬੋਲਿਆ ਹੋਣਾ ਵਿੱਚੋਂ, ਉਹਦੇ ਕੋਲ ਕਾਫੀ ਚੀਜ਼ਾਂ ਜੇ ਆਪਾਂ ਵੀਡੀਓ ਨੂੰ ਗੌਰ ਨਾਲ ਵੇਖਦੇ ਹਾਂ ਉਹਦੇ 'ਚ ਫਲੈਸ਼ ਕੀਤੀ ਦੀ ਵਾਰੀ ਵਾਰੀ। ਆਮ ਸਧਾਰਨ ਵਿਅਕਤੀ ਨੂੰ ਵੀ ਉਹਦੀ ਸਮਝ ਆਉਂਦੀ ਹੈ ਵੀ ਉਹਦੀ ਐਡਿਟ ਹੈ ਜਿਹੜੀ ਕੀਤੀ। ਬੜਾ ਮੁਸ਼ਕਲ ਸਵਾਲ ਹੈ, ਹਾਲੇ ਤੱਕ ਮੈਨੂੰ ਇਹ ਨਹੀਂ ਪਤਾ ਲੱਗਿਆ ਮੇਰੇ ਪੁੱਤ ਦੀ ਮੌਤ ਪਿੱਛੇ ਕੌਣ ਹੈ। ਮੈਂ ਵੀ ਤਾਂ 10 ਮਹੀਨਿਆਂ ਤੋਂ ਇਹੀ ਮਿੱਟੀ ਫਰੋਲ ਲਿਆ ਵੀ ਮੈਨੂੰ ਘੱਟੋ ਘੱਟ ਇਹ ਤਾਂ ਪਤਾ ਲੱਗੇ ਇਹਦੇ ਪਿੱਛੇ ਕੌਣ ਹੈ। ਹੁਣ ਤੁਸੀਂ ਇਹ ਗੱਲ ਨੂੰ ਕਲੀਅਰ ਕਰੋ, ਤੁਹਾਨੂੰ ਵੱਧ ਪਤਾ ਮੇਰੇ ਨੂੰ, ਤੁਹਾਡਾ ਫੀਲਡ ਹੈ ਇਹ। ਵੀ ਕਦੀ ਪੱਤਰਕਾਰਤਾ ਦੇ ਵਿੱਚ ਇਸ ਤਰ੍ਹਾਂ ਦਾ ਹੋਇਆ ਵੀ ਕਿਸੇ ਹਵਾਲਾਤੀ ਦੀ ਇੱਦਾਂ ਹੋ ਜਾਏ, ਕਨਵਿਕਟ ਵਿਅਕਤੀ ਦੀ ਕੋਈ ਇੱਕ ਅੱਧਾ ਕੇਸ ਤੁਹਾਨੂੰ ਮਿਲ ਸਕਦਾ ਕਦੇ ਹੋ ਗਿਆ ਹੋਵੇ, ਪਰ ਇਸ ਵਿਅਕਤੀ ਦੀ ਇੰਟਰਵਿਊ ਹੋਣਾ ਤਾਂ ਇੱਕ ਪੱਤਰਕਾਰਤਾ 'ਤੇ ਵੀ ਬਹੁਤ ਵੱਡਾ ਸਵਾਲ ਹੈ ਤੇ ਲਾਅ ਐਂਡ ਆਰਡਰ 'ਤੇ ਤਾਂ ਹੈਗਾ ਹੀ ਹੈਗਾ। ਔਰ ਇਹ ਇੱਕ ਸਿੱਧੂ ਦੀ ਛਵੀ ਨੂੰ ਖਰਾਬ ਕਰਨ ਦੀ ਖਾਤਰ ਨਾ ਜਿਹੜੇ ਅਡੰਬਰ ਸਾਰੇ ਰਚ ਰਹੇ ਨੇ, ਪਰ ਇਹਦੇ 'ਚ ਕਾਮਯਾਬ ਨਹੀਂ ਹੋਣਗੇ। ਅਸੀਂ, ਸਾਡੇ ਪੱਲੇ ਸੱਚ ਹੈ, ਅਸੀਂ ਸੱਚ ਨੂੰ ਲੈ ਕੇ ਲੋਕਾਂ ਦੇ ਵਿੱਚ ਜਾਂਦੇ ਹਾਂ। ਇਹ ਕੋਰ ਸਾਰਾ ਜਿਹੜਾ ਹੈਗਾ ਅਡੰਬਰ ਝੂਠ ਦਾ ਹੈ। वहीं इन सभी बातों का जवाब देने के लिए पंजाब के डीजीपी गौरव यादव सामने आए। आइए देखते हैं डीजीपी ने क्या कहा। ਇਹ ਬਠਿੰਡਾ ਜੇਲ੍ਹ ਮੈਂ ਸਾਰਿਆਂ ਦੀ ਨੌਲੇਜ ਲਈ ਦੱਸਣਾ ਚਾਹੁੰਦਾ ਕਿ ਸਾਡੀ ਇੱਕ ਹਾਈ ਸਿਕਿਉਰਿਟੀ ਜੇਲ੍ਹ ਹੈਗੀ ਜਿਸ ਦੇ ਵਿੱਚ ਟੈਕਨੀਕਲ ਸੋਲੂਸ਼ਨ ਲੱਗਿਆ ਹੈ। ਇਨਫੈਕਟ ਆਮ ਤੌਰ ਤੇ ਜਿਹੜੇ ਹਾਰਡੈਂਡ ਕ੍ਰਿਮੀਨਲਸ ਹੁੰਦੇ ਆ ਉਹਨਾਂ ਨੂੰ ਬਠਿੰਡਾ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਹੈ ਕਿਉਂਕਿ ਉੱਥੇ ਮੋਬਾਈਲ ਫੋਨਸ ਆਪਰੇਟ ਨਹੀਂ ਕਰਦੇ। ਜਿਹੜਾ ਜਿੱਥੇ ਲਾਰੈਂਸ ਬਿਸ਼ਨੋਈ ਲੌਜਡ ਸੀਗਾ ਉਹ ਬਠਿੰਡਾ ਜੇਲ੍ਹ ਦੇ ਹਾਈ ਸਿਕਿਉਰਿਟੀ ਜ਼ੋਨ ਦੇ ਵਿੱਚ ਲੌਜ ਸੀਗਾ। ਉਸ ਦੇ ਵਿੱਚ ਇਹਦਾ ਆਈਸੋਲੇਟਡ ਸੈੱਲ ਸੀਗਾ। ਜੇ ਜੇਲ ਮੈਨੂਅਲ ਦੇ ਮੁਤਾਬਿਕ ਆਈਸੋਲੇਟਡ ਸੈਲਸ ਦੇ ਵਿੱਚ ਰੱਖਿਆ ਜਾ ਸਕਦਾ ਹੈ ਸਰਟਨ ਕੰਡੀਸ਼ਨਸ ਦੇ ਵਿੱਚ। ਰਾਉਂਡ ਦਾ ਕਲੌਕ ਜੈਮਰ ਕਵਰ ਦੇ ਅੰਡਰ ਹਾਈ ਸਿਕਿਉਰਿਟੀ ਜ਼ੋਨ ਹੈਗਾ ਔਰ ਇਸ ਦੇ ਵਿੱਚ ਕੋਈ ਵੀ ਮੋਬਾਈਲ ਸਿਗਨਲ ਅਵੇਲੇਬਲ ਕਦੀ ਵੀ ਨਹੀਂ ਹੁੰਦਾ ਹੈ। ਇਸ ਨੂੰ ਦਿਨ ਦੇ ਵਿੱਚ ਕਈ ਵਾਰੀ ਇਸ ਨੂੰ ਟੈਸਟ ਕੀਤਾ ਜਾਂਦਾ ਹੈ। ਮੋਬਾਈਲ ਸਿਗਨਲ ਜੇਲ੍ਹ ਦਾ ਸਟਾਫ ਅੰਦਰ ਜਾ ਕੇ ਟੈਸਟ ਕਰਦੇ ਹੈਗੇ। ਮੋਬਾਈਲ ਸਿਗਨਲ ਡਜ਼ ਨਾਟ ਆਪਰੇਟ ਇਨ ਦਾ ਹਾਈ ਸਿਕਿਉਰਿਟੀ ਜ਼ੋਨ ਆਫ ਬਠਿੰਡਾ ਜੇਲ੍ਹ। ਸੀਸੀਟੀਵੀ ਸਰਵੇਲੈਂਸ ਇਸ ਹਾਈ ਸਿਕਿਉਰਿਟੀ ਜ਼ੋਨ ਦੀ ਰਾਉਂਡ ਦਾ ਕਲੌਕ ਹੁੰਦੀ ਹੈ। ਇੱਥੇ ਡਬਲ ਗਾਰਡ ਹੈਗੀ, ਸੀਆਰਪੀਐਫ ਦੀ ਗਾਰਡ ਹੈਗੀ। ਇਸ ਜੇਲ੍ਹ ਸਾਰਿਆਂ ਦੀ ਇਨਫੋਰਮੇਸ਼ਨ ਲਈ ਮੈਂ ਦੱਸਣਾ ਚਾਹਾਂਗਾ, ਇਨਰ ਗਾਰਡ ਸੀਆਰਪੀਐਫ ਦੀ ਹੈਗੀ ਤੇ ਨਾਲ ਦੇ ਨਾਲ ਜੇਲ੍ਹ ਗਾਰਡ ਹੈਗੀ। ਜਿਹੜੇ ਕਮਾਂਡੈਂਟ ਵੀ ਹੈਗੇ ਜਿਨ੍ਹਾਂ ਨੇ ਪਰਸੋਂ ਇਸ ਬਾਰੇ ਕਲੈਰੀਫਿਕੇਸ਼ਨ ਦਿੱਤੀ ਸੀਗੀ, ਉਹ ਬਾਰਡਰ ਸਿਕਿਉਰਿਟੀ ਫੋਰਸ ਤੇ ਡੈਪੂਟੇਸ਼ਨ ਤੇ ਹੈਗੇ ਪੰਜਾਬ ਜੇਲ੍ਹ ਡਿਪਾਰਟਮੈਂਟ ਦੇ ਵਿੱਚ। ਮਿਸਟਰ ਨੇਗੀ ਕਮਾਂਡੈਂਟ ਹੈਗੇ ਹੂ ਇਜ਼ ਸੁਪਰਿੰਟੈਂਡੈਂਟ ਬਠਿੰਡਾ ਜੇਲ੍ਹ। ਕਦੀ ਵੀ ਕਿਸੇ ਵੀ ਸਰਚ ਦੇ ਵਿੱਚ ਅੱਜ ਤੱਕ ਮੋਬਾਈਲ ਫੋਨ ਕਦੀ ਰਿਕਵਰ ਨਹੀਂ ਹੋਇਆ ਹੈ ਤੇ ਹਾਈ ਸਿਕਿਉਰਿਟੀ ਜ਼ੋਨ ਦੇ ਵਿੱਚ ਲੌਕਅਪ ਤੋਂ ਬਾਅਦ ਵੀ ਜਦੋਂ ਸਨਡਾਊਨ ਤੋਂ ਬਾਅਦ ਲੌਕਅਪ ਹੋ ਜਾਂਦਾ ਹੈ, ਜਿਹੜੇ ਮੁਲਜ਼ਮ ਹੈਗੇ ਉਹਨਾਂ ਨੂੰ ਅੰਦਰ ਬੰਦ ਕਰਤਾ ਜਾਂਦਾ ਹੈ ਤੇ ਲਾਈਟਾਂ ਸਵਿਚਡ ਆਫ ਹੋ ਜਾਂਦੀ ਜਨਰਲ ਬੈਰਕਸ ਦੇ ਵਿੱਚ। ਜਦੋਂ ਇਹ ਇੰਟਰਵਿਊ ਕੰਡਕਟ ਹੋਇਆ ਹੈ, ਮੈਂ ਸੁਖਚੈਨ ਜੀ ਨੂੰ ਰਿਕੁਐਸਟ ਕਰਾਂਗਾ, ਅਸੀਂ ਫੋਟੋਗ੍ਰਾਫਸ ਵੀ ਕਲੈਕਟ ਕੀਤੀਆਂ ਕਿ ਉਦੋਂ ਲੰਬੀ ਦਾੜੀ ਹੈਗੀ, ਲੰਬੇ ਵਾਲ ਹੈਗੇ, ਯੈਲੋ ਕਲਰ ਦੀ ਟੀ-ਸ਼ਰਟ ਪਾਈ ਹੈ। ਕੈਨ ਵੀ ਹੈਵ them ਔਨ ਦ ਸਕਰੀਨ? ਤੁਹਾਨੂੰ ਵੈਸੇ ਵੀ ਵੰਡ ਦਾਂਗੇ। ਤੇ ਜਦੋਂ ਇਸ ਮੁਲਜ਼ਮ ਨੂੰ ਜਦੋਂ ਜੇਲ੍ਹ ਦੇ ਵਿੱਚ ਡਿਪੋਜ਼ਿਟ ਕੀਤਾ ਗਿਆ ਸੀਗਾ 10 ਮਾਰਚ ਨੂੰ, ਹੀ ਹੈਡ ਅ ਸ਼ਾਰਟ ਹੇਅਰ ਕੱਟ। ਦੂਜੇ ਸ਼ਾਰਟਸ ਵੀ ਹੈਗੇ ਜਦੋਂ ਇਸ ਨੂੰ ਪ੍ਰੋਡਿਊਸ ਕੀਤਾ ਗਿਆ ਕੋਰਟ ਦੇ ਵਿੱਚ ਤੇ ਉਦੋਂ ਜਿਹੜਾ ਇਹਦਾ ਪਹਿਰਾਵਾ ਹੈਗਾ ਜਾਂ ਜਿਹੜਾ ਇਹਦਾ ਹੇਅਰ ਕੱਟ ਹੈਗਾ, ਤੋਂ ਇਸ ਤੋਂ ਇੰਝ ਜਾਪਦਾ ਹੈ ਕਿ ਰੀਸੈਂਟ ਹੇਅਰ ਕੱਟ ਨਹੀਂ ਹੈਗਾ, ਕੁਛ ਪੁਰਾਣਾ ਹੈਗਾ। ਜਿਹੜਾ ਇੰਟਰਵਿਊ ਦੀ ਜਿਹੜੀ ਸਾਊਂਡ ਕੁਆਲਿਟੀ, ਜਿਹੜੀ ਆਡੀਓ ਕੁਆਲਿਟੀ ਬਹੁਤ ਹੀ ਜ਼ਿਆਦਾ ਹਾਈ ਕੁਆਲਿਟੀ ਦੀ ਹੈਗੀ ਤੇ ਸਟੂਡੀਓ ਕੁਆਲਿਟੀ ਆਡੀਓ ਤੇ ਵੀਡੀਓ ਹੈ। ਜਿਹੜੀ ਕਮਿਊਨੀਕੇਸ਼ਨ ਡੈਡ ਜ਼ੋਨ ਸੈਂਟਰਲ ਜੇਲ੍ਹ ਬਠਿੰਡੇ ਦੇ ਵਿੱਚ ਜਿਹੜੀ ਉਹ ਪੋਸੀਬਲ, ਉਹ ਸੰਭਵ ਨਹੀਂ ਹੈ। ਇੰਟਰਵਿਊ ਦੇ ਵਿੱਚ ਨਾ ਜਿਹੜਾ ਰੀਸੈਂਟ ਕ੍ਰਿਮੀਨਲ ਜਿਹੜਾ ਜੱਗੂ ਭਗਵਾਨਪੁਰੀਆ ਨਾਲ ਬਿਸ਼ਨੋਈ ਦਾ ਫ੍ਰਿਕਸ਼ਨ ਜਾਂ ਜਿਹੜਾ ਇੰਸੀਡੈਂਟ ਗੋਇੰਦਵਾਲ ਸਾਹਿਬ ਜੇਲ੍ਹ ਦੇ ਵਿੱਚ ਹੋਇਆ ਸੀ ਉਹਨਾਂ ਦਾ ਜ਼ਿਕਰ ਨਹੀਂ ਹੈਗਾ। ਤੇ 30 ਮਿੰਟ ਬਾਅਦ 30 ਮਿੰਟ 20 ਸੈਕਿੰਡ ਤੋਂ ਬਾਅਦ ਇੱਕ ਦੂਜੀ ਜੇਲ੍ਹ ਦਾ ਵੀ ਜ਼ਿਕਰ ਹੈਗਾ।
ਜਦੋਂ ਇੰਟਰਵਿਊਅਰ ਕੁਝ ਕਮੈਂਟ ਕਰਦਾ ਹੈਗਾ, ਮੈਂ ਉਹ ਤੁਸੀਂ ਸਾਰਿਆਂ ਨੇ ਉਸ ਨੂੰ ਸੁਣਿਆ ਹੋਣਾ। ਤੇ ਮੈਂ ਸਾਰਿਆਂ ਦੀ ਇਨਫੋਰਮੇਸ਼ਨ ਲਈ ਇਹ ਦੱਸਣਾ ਚਾਹਾਂਗਾ ਕਿ ਇੱਕ ਲੰਬੀ ਲੜਾਈ ਤੋਂ ਬਾਅਦ ਅਸੀਂ ਲਾਰੈਂਸ ਬਿਸ਼ਨੋਈ ਤੇ ਹੋਰ ਕ੍ਰਿਮੀਨਲਸ ਨੂੰ ਪੰਜਾਬ ਦੀ ਜੇਲ੍ਹਾਂ ਵਿੱਚ ਲਿਆਂਦਾ ਸੀ। ਜਦੋਂ ਇਹ ਸਰਕਾਰ ਦੀ ਫਾਰਮੇਸ਼ਨ ਤੋਂ ਬਾਅਦ ਸਾਡੀ AGTF ਬਣੀ ਸੀ, ਤੁਹਾਨੂੰ ਸਾਰਿਆਂ ਨੂੰ ਮੈਂ ਦੱਸਣਾ ਚਾਹਾਂਗਾ ਕਿ ਦਿਸ ਮੈਟਰ ਵੈਂਟ ਅਪ ਟੂ ਸੁਪਰੀਮ ਕੋਰਟ, ਜਿਸ ਦੇ ਵਿੱਚ ਇਨ ਕ੍ਰਿਮੀਨਲਸ ਨੇ ਐਪਰੀਹੈਂਸ਼ਨ ਜਤਾਈ ਸੀ ਕਿ ਸਾਡਾ ਪੰਜਾਬ ਦੇ ਵਿੱਚ ਐਨਕਾਊਂਟਰ ਕੀਤਾ ਜਾਊਗਾ। ਉਸ ਤੋਂ ਬਾਅਦ these criminals were brought to ਪੰਜਾਬ ਤੇ ਇਟ ਵਾਸ ਅ ਸੈਟਬੈਕ ਟੂ ਅਸ। ਇਹ ਲੀਗਲ ਪ੍ਰੋਸੈਸ ਹੈਗਾ ਜਦੋਂ ਇਸ ਨੂੰ ਪੰਜਾਬ ਤੋਂ ਬਾਹਰ ਲੈ ਕੇ ਲਿਜਾਂਦਾ ਗਿਆ ਤੇ ਉਸ ਤੋਂ ਬਾਅਦ ਰਿਮਾਂਡ ਤੋਂ ਬਾਅਦ ਵਾਪਸ ਆ ਗਿਆ। ਮੈਂ ਇਹ ਜ਼ਰੂਰ ਦੱਸਣਾ ਚਾਹਾਂਗਾ ਕਿ ਕੁਝ ਸ਼ਕਤੀਆਂ ਹੈਗੀਆਂ ਪੰਜਾਬ ਤੋਂ ਬਾਹਰ ਵਿਦੇਸ਼ਾਂ ਵਿੱਚ ਬੈਠੇ ਲੋਕ, ਉਹਨਾਂ ਦਾ ਏਮ ਹੈਗਾ ਕਿ ਪੰਜਾਬ ਦੇ ਵਿੱਚ ਹਾਰਮਨੀ ਤੇ ਪੀਸ ਨੂੰ ਡਿਸਟਰਬ ਕਰੋ, ਗਲਤ ਨਿਊਜ਼ ਫੈਲਾਓ। ਇੱਕ ਬਹੁਤ ਸੋਫਿਸਟੀਕੇਟਡ ਤਰੀਕੇ ਨਾਲ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵਰਚੁਅਲ ਪ੍ਰਾਈਵੇਟ ਨੈਟਵਰਕਸ ਯੂਜ਼ ਕਰਕੇ ਫੇਕ ਨਿਊਜ਼ ਅਪਲੋਡ ਕੀਤੀ ਜਾ ਰਹੀ ਹੈ। ਮੈਂ ਰੀਸੈਂਟਲੀ ਦੱਸਣਾ ਚਾਹਾਂਗਾ, ਪਰਸੋਂ ਦੀ ਗੱਲ ਹੈਗੀ, ਬਠਿੰਡੇ ਕੋਈ ਇੱਕ ਮਾਈਨਰ ਜੀ ਘਟਨਾ ਹੋਈ। ਇਹ ਵੀ ਮੈਂ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਬਹੁਤ ਸੇਫ ਤੇ ਸੁਰੱਖਿਅਤ ਸਾਡਾ G20 ਚੱਲ ਰਿਹਾ ਹੈ। ਇਟ ਇਜ਼ ਐਬਸੋਲੂਟਲੀ, ਮੈਂ ਟਵੀਟ ਕਰਕੇ ਦਾਅਵਾ ਕੀਤਾ ਸੀਗਾ ਕਿ ਵੀ ਵਿਲ ਇਨਸ਼ੋਰ ਪੀਸਫੁਲ G20। ਤੇ ਉਸ ਤੋਂ ਬਾਅਦ ਇੱਕ ਪ੍ਰੋਮੀਨੈਂਟ ਟੀਵੀ ਨੈਟਵਰਕ ਨੇ ਟਵੀਟ ਕਰਦੀ ਕਿ ਜੀ ਬਠਿੰਡੇ ਦੇ ਵਿੱਚ ਜਿਹੜੀ ਹੈਗੀ ਉਹ ਡੀਰੇਲਮੈਂਟ ਹੋ ਗਈ ਹੈ। ਫਿਰ ਉਸ ਨੂੰ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਫੇਕ ਨਿਊਜ਼ ਹੈਗੀ, ਇਸ ਨੂੰ ਰਿਮੂਵ ਕਰੋ, ਅਦਰਵਾਈਜ਼ ਵੀ ਵਿਲ ਬੀ ਫੋਰਸਡ ਟੂ ਟੇਕ ਲੀਗਲ ਐਕਸ਼ਨ। ਸੋ ਮੈਂ ਇਸ ਤਰ੍ਹਾਂ ਦੇ ਅਨਸਰਾਂ ਨੂੰ ਵਾਰਨਿੰਗ ਦਾਂਗਾ ਕਿ ਅਸੀਂ ਲੀਗਲ ਐਕਸ਼ਨ ਲਾਂਗੇ ਜਿਹੜਾ ਵੀ ਤੱਤਵ ਫੇਕ ਨਿਊਜ਼ ਸਪਰੈਡ ਕਰਦਾ ਹੈ। ਤੇ ਨਾਲ ਤੁਹਾਨੂੰ ਅਪੀਲ ਕਰਾਂਗਾ, ਫਰੀडम ਆਫ ਐਕਸਪ੍ਰੈਸ਼ਨ ਹੈ, ਫਰੀडम ਆਫ ਲਿਬਰਟੀ ਹੈ, ਕਿ ਡੂ ਫੈਕਟ ਚੈੱਕ ਐਂਡ ਵੈਰੀਫਾਈ ਨਿਊਜ਼ ਬਿਫੋਰ ਪਲੇਇੰਗ ਇਟ, ਕਿਉਂਕਿ ਇਸ ਦਾ ਸਿੱਧਾ ਅਸਰ ਪੈਂਦਾ ਹੈ, ਇਹ ਜਿਹੜਾ ਮਾਹੌਲ ਹੈਗਾ ਸਟੇਟ ਦਾ ਉਹ ਖਰਾਬ ਹੁੰਦਾ ਹੈ। I would like to set the record straight about the incident of airing of an interview of criminal Lawrence Bishnoi. I don't want to dignify him by calling him gangster. He is a common criminal. This is a categorical finding that this interview was not recorded in Bhatinda jail or any other jail of Punjab. This person was handed over by Rajasthan police to the custody of Bhatinda jail on 8th March. He was produced in the Talwandi Sabo court on 9th March and deposited back in the Bhatinda jail on the 10th March. This interview was aired on the 14th March. For the information of everyone, I want to tell that a sophisticated high technical solution has been installed in Bhatinda jail since the last 2 years with the assistance of Government of India. And under that, jammers have been installed all over the jail. This person, inmate, was lodged in the high security zone of Bhatinda jail, which is guarded round the clock by CRPF security guards in the inner periphery and the Punjab Jails Department security guards in the outside periphery. There is round the clock 24-hour CCTV surveillance of the high security zone, and the inmate was lodged in a isolated cell in the high security zone. The commandant of the BSF, Mr. Negi, is the superintendent of the central jail, as an the government of India is helping us out by lending us paramilitary officers who are on deputation with the Punjab Jails Department. So, considering the sensitivity of the jail, we had posted a BSF officer as the jail superintendent. No mobile phone has ever been recovered from the high security jail zone of the Bhatinda jail. In this jail, the lights are not switched off after lockup at sundown in order to keep the lights are dimmed, in order to keep an eye on the activities of the inmates inside. In the interview, Lawrence Bishnoi is sporting a long beard and a long hairdo, which is quite visible. He's wearing a yellow t-shirt. Presently, when he was brought on remand, produced in court and lodged in jail, he's having a short haircut, a different attire. When his belongings were searched at the time of entry to jail, no yellow t-shirt was there, or neither he was wearing nor carrying. The interview does not mention the recent friction with Jaggu Bhagwanpuria, another criminal, or the incident in the Govindwal Sahab jail, which indicates it might have been recorded earlier. Somewhere in the interview, there's a mention of a jail outside Punjab. I would like to inform everyone that the Punjab police, ably supported by the Advocate General, we fought a long legal battle up to the Supreme Court to bring this criminal to Punjab jail so that he can face justice. And he fought up to Supreme Court, expressing apprehensions in writ petitions that he will be eliminated in an encounter if he is brought to Punjab. He has spent his entire criminal career outside the jails of Punjab. The last 7-8 years running his criminal network from outside Punjab. There are certain forces who are trying to disturb the peace and harmony in the state. The designs of such forces will not be allowed to succeed. The Punjab police would put them down firmly.
and strict legal action would be taken. A lot of fake social media handles accounts are peddling fake news, throwing fake news, confusing people, uh, trying to bombard the internet. We are countering this and we'll take legal action. We have taken legal action also. I would request our friends in the media fraternity that kindly fact check. You have the right to expression. We respect and honor that. And but at the same time, I would make an appeal to fact check news, to not to spread rumors, so that we don't fall, we don't become a tool in the hands of unscrupulous elements trying to disturb harmony in Punjab. इस प्रेस कॉन्फ्रेंस के जरिए मैं क्लैरिफाई करना चाहता हूं कि जो क्रिमिनल लॉरेंस बिश्नोई का इंटरव्यू एयर किया गया था वो पंजाब की भटिंडा जेल या किसी और जेल से में रिकॉर्ड नहीं हुआ है. जो हमारी फाइंडिंग है अब तक की, इसे राजस्थान पुलिस ने 8 मार्च को भटिंडा जेल में अपना रिमांड खत्म होने के बाद जमा कराया. इसको तलवंडी साबो कोर्ट में 9 मार्च को पेश किया गया. एक दिन के रिमांड के बाद ये 10 मार्च को दोबारा भटिंडा जेल में वापस पहुंच गया और 14 मार्च को इंटरव्यू उसका एयर हुआ है. ये भटिंडा जेल के हाई सिक्योरिटी जोन में लॉज्ड है. मैं सबको बताना चाहूंगा कि जो भटिंडा जेल में हमने एक टेक्निकल सॉल्यूशन इंप्लीमेंट किया है पंजाब सरकार ने भारत सरकार की मदद से, उनकी टेक्निकल हेल्प से, तो जिससे वहां पे मोबाइल टेलीफोन्स या दूसरे इंस्ट्रूमेंट्स काम नहीं करते हैं. इनफैक्ट दूसरी जेलों से जो हार्डेंड क्रिमिनल्स हैं उन्हें भटिंडा भेजा जाता है क्योंकि भटिंडा जेल बाकी जेलों के कंपैरिजन में ज्यादा सिक्योर है. उसमें हाई सिक्योरिटी जोन में आइसोलेटेड सेल में, जिसका मतलब है कि एक सेल में सिर्फ एक मुलजिम होता है, इसे लॉन्च किया गया है. और वहां पे जैमर्स के कवर में ये राउंड द क्लॉक ये हाई सिक्योरिटी जोन है. जेल का स्टाफ दिन में 3 बार 4 बार चेक करते हैं कि मोबाइल सिग्नल तो वहां पे नहीं आ रहे हैं, और कोई मोबाइल सिग्नल उस जोन में नहीं आते हैं. 24 घंटे हाई सिक्योरिटी जोन की सीसीटीवी सर्विलेंस होती है. वहां पे डबल गार्ड है, इनर गार्ड सीआरपीएफ की है और आउटर गार्ड जेल्स डिपार्टमेंट की है. जो जेल सुपरिटेंडेंट है वो मिस्टर नेगी बीएसएफ से डेपुटेशन पे पंजाब जेल्स डिपार्टमेंट में आए हैं. आज तक कभी भी जो हमारी संयुक्त सर्चेज होती हैं, पंजाब पुलिस और जेल डिपार्टमेंट की सांझी सर्चेज होती है, उनमें कभी भी इस हाई सिक्योरिटी जोन में मोबाइल फोन रिकवर आज तक नहीं हुआ है भटिंडा जेल के इतिहास में. हाई सिक्योरिटी जोन में जो लाइट्स हैं वो सनडाउन पे ऑफ नहीं होती हैं, उन्हें सिर्फ डिम किया जाता है ताकि इनमेट्स पे नजर रखी जा सके कि वो क्या कर रहे हैं. जब ये इंटरव्यू रिकॉर्ड हुआ, आप जैसे स्क्रीन पे देख सकते हैं कि लॉरेंस बिश्नोई की दाढ़ी मूछें लंबी हैं, बड़ी हैं, और ये जो रिसेंट फोटोग्राफ्स हैं पेशी की, इसमें इसके बाल छोटे हैं. ये जो येलो टी शर्ट है ये भी जब इसकी बिलोंगिंग्स चेक करी गई तो ये जेल में नहीं, येलो कोई टी शर्ट नहीं पाई गई, और दूसरा अटायर इसने पहना था. जो इस इंटरव्यू का जो क्वालिटी काफी स्टूडियो लेवल की क्वालिटी है, जो जहां पे कम्युनिकेशन डेड जोन में इस प्रकार की रिकॉर्डिंग करना असंभव है. इंटरव्यू में कोई जो रिसेंट जो दूसरा क्रिमिनल है जग्गू भगवानपुरी से जो इसकी टसलबाजी चल रही है, या गोविंदवाल साहब जेल में इंसिडेंट हुआ है, कोई रिसेंट इवेंट्स का कोई जिक्र नहीं है, जिससे यह लगता है कि शायद ये इंटरव्यू पुराना है. इंटरव्यू में किसी दूसरी 30 मिनट 20 सेकंड के बाद किसी दूसरी जेल का भी जिक्र है. और ये मैं सबको बताना चाहूंगा कि लॉरेंस बिश्नोई ने सुप्रीम कोर्ट तक ये फाइट करी कि उसे पंजाब पुलिस ना लेके जाए पंजाब की जेल में, और एक लंबी लीगल लड़ाई के बाद इसे हम, जब वो अनफॉर्चुनेट इंसिडेंट ऑफ सिद्धू मूसेवाला उनका मर्डर हुआ था, उसके बाद हमारी एजीटीएफ ने गैंगस्टर्स के खिलाफ कंसर्टेड एफर्ट्स करके काफी गैंगस्टर्स अरेस्ट किए थे. उस दौरान इसको पंजाब की जेलों में लेके आया गया था. जितने भी इसके पंजाब के क्राइम्स थे उन केसों में पुलिस रिमांड लेके इन्वेस्टिगेशन करके चालान पेश किए गए थे. इस शख्स ने अपना तकरीबन पूरा क्रिमिनल कैरियर पंजाब की बाहर की जेलों से पंजाब में क्राइम्स प्लॉट करके उसने अपना कैरियर 7-8 साल का ये इसने व्यतीत किया है, और इसे पंजाब में ले आके हमने इसे निष्क्रिय और इनएक्टिव कर दिया है. ये कुछ अंसरों की हमेशा से ये कोशिश रही है, जो हाल के दिनों में बढ़ गई है, कि पंजाब में अस्थिरता हो, इंस्टेबिलिटी हो, पीस और हार्मनी को डिस्टर्ब किया जाए. यह हम हरगिज नहीं होने देंगे. मैं सबके लिए इंफॉर्मेशन के लिए बताना चाहता हूं कि G20 के इवेंट्स अमृतसर में पीसफुली चल रहे हैं और कोई किसी किस्म का डिस्टर्बेंस नहीं है. कल का इंसिडेंट है कि एक प्रोमिनेंट टीवी न्यूज चैनल ने ये खबर लगा दी थी गलत, की भटिंडे में जो है रेलवे ट्रैक्स डैमेज हो गई हैं.
वो हमने उन्हें रिबट किया, कॉन्ट्राडिक्ट किया। तो मैं सभी से रिक्वेस्ट करूंगा कि फैक्ट चेक जरूर करें, र्यूमर्स पे ध्यान ना दें, न्यूज को वेरीफाई कर ले और उसके बाद ही लगे। धन्यवाद। सर, इसमें राजस्थान पुलिस भी डिनाई कर रही है कि हमारे यहाँ जेल में नहीं है, तो सर आपने जो डिनाई किया कि पंजाब से किसी भी जेल में नहीं होगा, बठिंडा जेल में पंजाब में पिछले 6 महीने तो देखो जी, मैं ਜਿਵੇਂ ਮੈਂ ਕਿਹਾ ਕਿ ਇਹ ਤਾਂ ਪੂਰੇ ਕੈਰੀਅਰ ਦੇ ਵਿੱਚ ਬਾਹਰ ਰਿਹਾ ਜੀ। ਇਹ ਤਾਂ ਪੰਜਾਬ ਦੇ ਵਿੱਚ ਅਸੀਂ ਲਿਆਂਦੀ ਜਦੋਜਹਿਦ ਕਰਕੇ ਇਹਨੂੰ ਲਿਆਂਦਾ ਹੈ, ਆਫਟਰ ਲੀਗਲ ਬੈਟਲ ਵਿਚ ਵੈਂਟ ਅਪ ਟੂ ਸੁਪਰੀਮ ਕੋਰਟ। तो ਇਹਦੀ ਤਾਂ ਕੋਸ਼ਿਸ਼ ਸ਼ੁਰੂ ਤੋਂ ਰਹੀ ਹੈ ਕਿ ਮੈਂ ਪੰਜਾਬ ਜੇਲ੍ਹ ਦੇ ਵਿੱਚ ਨਾ ਆਵਾਂ। अगर आपने अभी तक हमारे चैनल को सब्सक्राइब नहीं किया है तो आज ही सब्सक्राइब करें, साथ ही लाइक और शेयर करना ना भूलें।